ਵੈਲਕਮ ਬੇਟਾ ਜੀ। ਕਿਸ ਤਰ੍ਹਾਂ ਹੋ ਸਾਰੇ ਬੇਟਾ ਤੁਸੀਂ? ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡਾ ਕਰ ਰਹੇ ਹਾਂ ਨੈਥ ਬੇਸਡ ਕੁਐਸਚਨ ਪੇਪਰ 6, ਠੀਕ ਹੈ ਜੀ, ਸਾਇੰਸ ਦਾ। ਤਾਂ ਸਾਰੇ ਕੁਐਸਚਨਸ ਧਿਆਨ ਨਾਲ ਸਮਝਣਾ ਬੇਟਾ। ਤੇ ਨੈਥ ਨਜ਼ਦੀਕ ਆ ਰਿਹਾ 12 ਨਵੰਬਰ ਨੂੰ, ਆਪਾਂ ਉਸ ਦੀ ਫੁੱਲ ਤਿਆਰੀ ਕਰਨੀ ਹੈ। ਹਾਂਜੀ ਬੇਟਾ, ਪਹਿਲਾ ਕੁਐਸਚਨ ਦੇਖੋ। Seeing the farmers irrigating their fields, Sunita asked her grandfather why crops need irrigation. What would grandfather answer her? देखो, दादा जी पानी पा रहे सी पौधों ਨੂੰ ਸਿੰਜਾਈ ਕਰ ਰਹੇ ਸੀ ਤਾਂ ਬੱਚਾ ਪੁੱਛਦਾ ਹੈ ਕਿ ਸਿੰਜਾਈ ਦੀ ਲੋੜ ਕਿਉਂ ਹੁੰਦੀ ਹੈ। ਆਪਸ਼ਨਸ: ਵਾਟਰ ਇਜ਼ ਨੈਸੈਸਰੀ ਫॉर ਸੀਡ ਜਰਮੀਨੇਸ਼ਨ, ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੈ। ਸੈਕਿੰਡ, ਪਾਣੀ ਵਿਚਲੇ ਪੋਸ਼ਕ ਤੱਤਾਂ ਨੂੰ ਪੌਦਿਆਂ ਤੱਕ ਪਹੁੰਚਾਉਂਦਾ ਹੈ। ਵਾਟਰ ਡਿਲੀਵਰਸ nutrients from the soil to plants. Water prevent the crops from hot and cold winds. बेटा ये सारा कुछ ही पानी करता है, तो ਇਹਦਾ सही आंसर आएगा उपरोक्त सारे। ठीक है जी। सेकंड क्वेश्चन, Jasmine's father was removing unwanted plants from his field. Seeing this, Jasmine asked what this process is called. What would be her father's answer? ਤਾਂ ਜੈਸਮੀਨ ਨੇ ਦੇਖਿਆ ਉਹਦੇ ਪਿਤਾ ਜੀ ਜ਼ਮੀਨ ਦੇ ਵਿੱਚੋਂ ਕੁਝ ਅਣਚਾਹੇ ਪੌਦੇ ਹਟਾ ਰਹੇ ਨੇ। ਤਾਂ ਇਸ ਜਿਹੜੀ ਪ੍ਰੋਸੈਸ ਹੈ, ਇਹ ਜਿਹੜਾ ਤਰੀਕਾ ਹੈ ਪੌਦਿਆਂ ਦੇ ਫਸਲਾਂ ਦੇ ਵਿੱਚੋਂ ਅਣਚਾਹੇ ਪੌਦਿਆਂ ਨੂੰ ਹਟਾਉਣਾ, ਉਸਨੂੰ ਕੀ ਕਹਿੰਦੇ ਆ ਬੇਟਾ ਆਪਾਂ? ਗੋਡੀ ਕਰਨਾ। ਠੀਕ ਹੈ, ਵੀਡਿੰਗ। ਕੀ ਕਰਨਾ? ਗੋਡੀ ਕਰਨਾ। ਠੀਕ ਹੈ, ਵੀਡਿੰਗ। ਥਰਡ ਕੁਐਸਚਨ, ਸੰਕਟਕਾਲੀ ਜੀਵਾਂ ਦੀਆਂ ਕਹਿੰਦੇ ਪ੍ਰਜਾਤੀਆਂ, ਐਂਡੇਂਜਰਡ ਸਪੀਸ਼ੀਜ਼ ਮਤਲਬ ਜਿਹੜੀਆਂ ਖਤਰੇ ਵਿੱਚ ਨੇ। ਪਹਿਲਾਂ ਉਹਨੇ ਦੱਸਿਆ ਹੈ ਕਾਲਾ ਹਿਰਨ ਐਂਡ ਡੀਅਰ ਵਿਦ ਵਾਈਟ ਆਈਜ਼, ਤੇ ਕਾਲੇ ਸਫੈਦ ਅੱਖਾਂ ਵਾਲਾ ਹਿਰਨ। ਸੁਨਹਿਰੀ ਬਿੱਲੀ ਤੇ ਗੁਲਾਬੀ ਸਿਰ ਵਾਲੀ ਬਿੱਲੀ। ਅਜਗਰ ਅਤੇ ਰਾਈਨੋਸੌਰਸ। ਠੀਕ ਹੈ ਜੀ। ਤਾਂ ਬੇਟਾ ਇਹ ਜਿਹੜੀਆਂ ਵੀ ਪ੍ਰਜਾਤੀਆਂ ਲਿਖੀਆਂ ਨੇ ਇਹ ਸਾਰੀਆਂ ਹੀ ਐਂਡੇਂਜਰਡ ਸਪੀਸ਼ੀਜ਼ ਨੇ। ਤਾਂ ਇਹਦਾ ਆਨਸਰ ਵੀ ਆਏਗਾ ਉਪਰੋਕਤ ਸਾਰੇ। ਠੀਕ ਹੈ ਜੀ, ਸਮਝ ਆ ਗਈ ਗੱਲ ਇਹ। ਅਗਲਾ ਕੁਐਸਚਨ, ਰਮਨ ਦੀ ਮਾਤਾ ਨੇ ਰਮਨ ਨੂੰ ਮੁਰਗੀ ਦਾ ਉਬਲਿਆ ਹੋਇਆ ਅੰਡਾ ਖਾਣ ਨੂੰ ਦਿੱਤਾ, ਤਾਂ ਉਸਦੇ ਪੀਲੇ ਭਾਗ ਨੂੰ ਕੀ ਕਹਾਂਗੇ? ਵਾਟ ਨੇਮ ਵੁੱਡ ਬੀ ਗਿਵਨ ਟੂ ਇਟਸ ਯੈਲੋ ਪਾਰਟ? ਤਾਂ ਬੇਟਾ ਜੀ ਇਸਦੇ ਯੈਲੋ ਪਾਰਟ ਨੂੰ ਆਪਾਂ ਕਹਿੰਦੇ ਹੁੰਦੇ ਆ ਯੋਕ। ਠੀਕ ਹੈ ਜੀ, ਕੀ ਕਹਿੰਦੇ ਹੁੰਦੇ ਆ? ਯੋਕ। ਨੈਕਸਟ ਕੁਐਸਚਨ, ਅਧਿਆਪਕ ਨੇ ਜਮਾਤ ਵਿੱਚ ਦੱਸਿਆ ਕਿ ਕੁਝ ਅਜਿਹੇ ਜੀਵ ਹਨ ਜਿਨ੍ਹਾਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ, ਐਕਸਟਰਨਲ ਫਰਟੀਲਾਈਜੇਸ਼ਨ ਹੁੰਦਾ ਹੈ। ਤਾਂ ਉਹ ਕਿਹੜੇ 'ਚ ਹੁੰਦਾ ਬੇਟਾ ਜੀ? ਤਾਂ ਇਹਦਾ ਆਨਸਰ ਆਊਗਾ ਰਾਜੇ ਡੱਡੂ। ਕਿਹਦੇ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ? ਡੱਡੂ। ਅਗਲਾ ਕੁਐਸਚਨ, ਜਦੋਂ ਕਹਿੰਦੇ ਦੋ ਸਮਤਲ ਦਰਪਣਾਂ ਨੂੰ ਆਪਾਂ 90 ਡਿਗਰੀ ਦੇ ਕੋਣ 'ਤੇ ਰੱਖ ਦਿੰਦੇ ਹਾਂ ਤਾਂ ਪ੍ਰਤੀਬਿੰਬ ਕਿੰਨੇ ਬਣਦੇ ਨੇ? ਨੰਬਰ ਆਫ ਇਮੇਜਿਸ ਕਿੰਨੀਆਂ ਬਣਦੀਆਂ ਨੇ? ਤਾਂ ਨੰਬਰ ਆਫ ਇਮੇਜਿਸ ਬਣਦੀਆਂ ਨੇ ਬੇਟਾ ਜੀ 3। ਨੈਕਸਟ, ਲੁਧਿਆਣਾ ਕਹਿੰਦੇ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਕੀ ਵਰਤਣ ਨੂੰ ਕਿਹਾ? ਠੀਕ ਹੈ ਜੀ। ਤਾਂ ਗਵਰਨਮੈਂਟ ਹੈਜ਼ ਆਰਡਰ ਟੂ ਯੂਜ਼ ਦਾ ਡੈਸ਼ ਇਨਸਟੈਡ ਆਫ ਡੀਜ਼ਲ ਐਂਡ ਪੈਟਰੋਲ। ਡੀਜ਼ਲ ਅਤੇ ਪੈਟਰੋਲ ਦੀ ਥਾਂ 'ਤੇ ਕੀ ਵਰਤਣ ਲਈ ਕਿਹਾ ਬੇਟਾ? CNG। CNG ਕੀ ਹੁੰਦੀ ਹੈ? ਕੰਪਰੈਸਡ ਨੈਚੁਰਲ ਗੈਸ। ਇਹਦੇ ਨਾਲ, ਇਹਦੇ ਮੱਚਣ ਨਾਲ ਘੱਟ ਪ੍ਰਦੂਸ਼ਣ ਹੁੰਦਾ। ਠੀਕ ਹੈ ਜੀ। ਹਾਂਜੀ, ਅਧਿਆਪਕ ਬੱਚਿਆਂ ਨੂੰ ਕੀ ਦੱਸ ਰਿਹਾ ਹੈ ਕਿ due to air pollution the CO2 gas increases in air which leads to global warming। ਕਹਿੰਦੇ ਜੇ ਆਪਾਂ ਪ੍ਰਦੂਸ਼ਣ ਇੱਦਾਂ ਹੀ ਕਰ ਰਹੇ ਹਾਂ ਤਾਂ ਹਵਾ ਵਿੱਚ CO2 ਦੀ ਮਾਤਰਾ ਵੱਧ ਰਹੀ ਹੈ, ਕਾਰਬਨ ਡਾਈਆਕਸਾਈਡ ਦੀ, ਜਿਹਦੇ ਨਾਲ ਕੀ ਹੋ ਰਿਹਾ? ਗਲੋਬਲ ਵਾਰਮਿੰਗ। ਤਾਂ ਕਹਿੰਦੇ ਇਹਦੇ ਨਾਲ ਕਿਹੜੇ ਕਿਹੜੇ ਇਫੈਕਟਸ ਹੋ ਰਹੇ ਨੇ? ਦੇਖੋ, ਫਸਟ ਹੈਗਾ ਇਨਕਰੀਜ਼ ਇਨ ਟੈਂਪਰੇਚਰ, ਤਾਪਮਾਨ ਵੱਧ ਰਿਹਾ। ਹਾਂਜੀ ਵੱਧ ਰਿਹਾ। ਰਾਈਜ਼ ਇਨ ਓਸ਼ੀਅਨ ਲੈਵਲ, ਸਮੁੰਦਰ ਤਲ 'ਚ ਵਾਧਾ ਹੋ ਰਿਹਾ ਹੈ। ਯੈਸ, ਸਮੁੰਦਰ ਦਾ ਜਿਹੜਾ ਲੈਵਲ ਹੈ ਉਹ ਕੁਛ ਸੈਂਟੀਮੀਟਰ ਜਿਹੜਾ ਹੈ ਉਹ ਹਰ ਸਾਲ ਵੱਧ ਰਿਹਾ ਹੈ। ਮੈਲਟਿੰਗ ਆਫ ਗਲੇਸ਼ੀਅਰ, ਜਿਹੜੇ ਆਪਣੇ ਵੱਡੇ ਵੱਡੇ ਗਲੇਸ਼ੀਅਰ ਨੇ, ਬਰਫ਼ ਦੇ ਪਹਾੜ ਨੇ ਜਿਵੇਂ ਅੰਟਾਰਕਟਿਕਾ ਦੇ ਵਿੱਚ, ਠੀਕ ਹੈ, ਤਾਂ ਉਹ ਕਹਿੰਦੇ ਪਿਘਲ ਰਹੇ ਨੇ। ਹਾਂਜੀ ਉਹ ਪਿਘਲ ਰਹੇ ਨੇ, ਉਹਨਾਂ ਦੀ ਜਿਹੜੀ ਮਾਤਰਾ ਹੈ ਉਹ ਘਟ ਰਹੀ ਹੈ। ਤਾਂ ਇਹਦਾ ਮਤਲਬ ਇਹਦਾ ਆਨਸਰ ਵੀ ਕੀ ਹੋਊਗਾ ਬੇਟਾ? ਉਪਰੋਕਤ ਸਾਰੇ। ਨੈਕਸਟ ਕੁਐਸਚਨ ਦੇਖੋ, ਸੂਰਜ ਵਿੱਚ ਪ੍ਰਕਾਸ਼ ਅਤੇ ਊਰਜਾ ਲਈ ਜ਼ਿੰਮੇਵਾਰ ਕਿਰਿਆ ਕਿਹੜੀ ਹੈ? ਦੇਖੋ ਸੂਰਜ ਦੇ ਵਿੱਚ ਆਲ ਟਾਈਮ ਕਿੰਨਾ ਗਰਮਾਹਟ ਰਹਿੰਦੀ ਹੈ, ਹੈ ਨਾ, ਕਿੰਨੀ ਗਰਮੀ ਰਹਿੰਦੀ ਹੈ, ਉਹ ਕੁਛ ਤਾਂ ਬਣਦਾ ਹੋਊਗਾ ਉਹਦੇ ਅੰਦਰ ਜੋ ਇੰਨੀ ਗਰਮੀ ਰਹਿੰਦੀ ਹੈ। ਅਤੇ ਇਹੀ ਇਹ ਪੁੱਛ ਰਿਹਾ ਹੈ, ਵਿਚ ਪ੍ਰੋਸੈਸ ਇਜ਼ ਰਿਸਪੋਂਸੀਬਲ ਫॉर द प्रोडक्शन ऑफ लाइट एंड एनर्जी दैट सन प्रोड्यूसिस। ठीक है,
ਤਾਂ ਬੇਟਾ ਇਹਦਾ ਜਿਹੜਾ ਸਹੀ ਰੀਜ਼ਨ ਹੈ ਉਹ ਹੈਗਾ ਨਿਊਕਲੀਅਰ ਰਿਐਕਸ਼ਨ। ਤੀਸਰਾ ਨਿਊਕਲੀਅਰ ਰਿਐਕਸ਼ਨ। ਅਗਲਾ ਕੁਐਸਚਨ, ਰਾਮ ਅਤੇ ਸ਼ਾਮ ਦੋਵੇਂ ਕਹਿੰਦੇ ਇੱਕ ਬਕਸੇ ਨੂੰ ਇੱਕ ਹੀ ਦਿਸ਼ਾ ਵਿੱਚ ਧੱਕ ਰਹੇ ਨੇ। ਦੇਖੋ ਇੱਕ ਬਕਸਾ ਹੈ, ਉਹਨੂੰ ਇੱਕ ਦਿਸ਼ਾ 'ਚ ਹੀ ਦੋਨੇ ਜਾਣੇ ਧੱਕ ਰਹੇ ਨੇ, ਠੀਕ ਹੈ। ਮੰਨ ਲਓ ਇੱਧਰ ਨੂੰ ਰਾਈਟ ਸਾਈਡ ਨੂੰ, ਤਾਂ ਫੋਰਸ ਅਪਲਾਈਡ ਬਾਏ ਦੈਮ ਗੈਟ, ਕਹਿੰਦੇ ਜਿਹੜੀ ਉਹਨਾਂ ਦੋਨਾਂ ਨੇ ਫੋਰਸ ਲਗਾਈ ਆ ਉਹਦਾ ਕੀ ਹੋਊਗਾ, ਉਹ ਜੁੜ ਜੂਗੀ, ਘਟ ਜੂਗੀ, ਕਿ ਡਿਵਾਈਡ ਹੋ ਜੂਗੀ, ਕਿ ਕੁਝ ਵੀ ਨਹੀਂ ਹੋਊਗਾ। ਬੇਟਾ ਜਦੋਂ ਆਪਾਂ ਇੱਕੋ ਹੀ ਸਾਈਡ 'ਤੇ ਸਾਰਾ ਆਪਣਾ ਜ਼ੋਰ ਲਗਾ ਰਹੇ ਹਾਂ ਤਾਂ ਜਿਹੜੀ ਆਪਣੀ ਪਾਵਰ ਹੈ, ਆਪਣੀ ਫੋਰਸ ਹੈ, ਉਹ ਐਡ ਹੋ ਜੂਗੀ, ਦੋਨਾਂ ਜਣਿਆਂ ਦੀ ਫੋਰਸ ਐਡ ਹੋ ਜੂਗੀ, ਠੀਕ ਹੈ ਜੀ। ਸਮਝ ਆ ਗਿਆ, ਮਤਲਬ ਫੋਰਸ ਵੱਧ ਲੱਗਣ ਲੱਗ ਜੂਗੀ ਨਾ, ਆਪਾਂ ਇੱਕੋ ਹੀ ਚੀਜ਼ ਨੂੰ ਇੱਕੋ ਹੀ ਪਾਸੇ ਧੱਕ ਰਹੇ ਹਾਂ। ਅਗਲਾ ਦੇਖੋ, ਇਹ ਇੱਕ ਦੇਖੋ ਤੁਹਾਨੂੰ ਪਿਕਚਰ ਦਿਖ ਰਹੀ ਹੋਊਗੀ, ਇਹਦੇ ਵਿੱਚ ਬੱਚਾ ਪਾਈਪ ਜਿਹੜੀ ਟਾਇਰ ਹੁੰਦਾ ਹੈ ਉਹਨੂੰ ਸੋਟੀ ਦੇ ਨਾਲ ਦੇਖੋ ਘੁਮਾਉਂਦਾ ਹੋਇਆ ਲੈ ਕੇ ਜਾ ਰਿਹਾ। ਤਾਂ ਇਹ ਗੇਮ ਕਈ ਵਾਰ ਆਪਾਂ ਨੇ ਖੇਡੀ ਵੀ ਹੋਊਗੀ ਬੱਚਿਆਂ ਨੇ, ਹੈ ਨਾ। ਤਾਂ ਹਾਊ ਦਾ ਸਪੀਡ ਆਫ ਦਾ ਟਾਇਰ ਇਨਕਰੀਜ਼ਿਜ਼ ਵੈਨ ਐਵਰ ਇਟ ਇਜ਼ ਪੁਸ਼ਡ, ਕਹਿੰਦੇ ਜਦੋਂ ਵੀ ਇਹ ਆਪਾਂ ਨੂੰ ਪੁਸ਼ ਕਰਦੇ ਹਾਂ ਟਾਇਰ ਨੂੰ ਤਾਂ ਇਹਦੀ ਸਪੀਡ ਕਿਵੇਂ ਵੱਧ ਜਾਂਦੀ ਹੈ, ਹਾਊ। ਤਾਂ ਪਹੇਲੀ ਟੋਲਡ ਹਿਮ ਦੈਟ ਇਟ ਇਜ਼ ਬਿਕੋਜ਼ ਆਫ, ਤਾਂ ਪਹੇਲੀ ਬੱਚਾ ਜਿਹੜਾ ਉਸਨੇ ਆਨਸਰ ਦਿੱਤਾ ਕਿ ਕਿਉਂ ਹੁੰਦਾ। ਦੇਖੋ ਆਪਸ਼ਨਾਂ, ਫੋਰਸ ਅਪਲਾਈਡ ਔਨ ਦਾ ਆਬਜੈਕਟ ਇਜ਼ ਇਨ ਦਾ ਸੇਮ ਡਾਇਰੈਕਸ਼ਨ ਆਫ ਮੋਸ਼ਨ, ਕਹਿੰਦੇ ਬਲ ਜਿਹੜਾ ਹੈ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਹੀ ਲੱਗ ਰਿਹਾ ਤਾਂ ਕਰਕੇ। ਅਗਲਾ ਕਹਿੰਦੇ ਫੋਰਸ ਅਪਲਾਈਡ ਔਨ ਦਾ ਆਬਜੈਕਟ ਇਜ਼ ਇਨ ਦਾ ਆਪੋਜ਼ਿਟ ਡਾਇਰੈਕਸ਼ਨ, ਨਹੀਂ ਆਪੋਜ਼ਿਟ ਡਾਇਰੈਕਸ਼ਨ 'ਚ ਤਾਂ ਲੱਗੀ ਹੋਈ ਨਹੀਂ, ਦੇਖੋ ਜਿੱਥੇ ਉਹਦਾ ਟਾਇਰ ਸੀ ਆਪਾਂ ਉਹਨੂੰ ਉੱਧਰ ਨੂੰ ਹੀ ਮਾਰ ਰਹੇ ਹਾਂ, ਇੱਧਰ ਨੂੰ ਚੱਲ ਰਿਹਾ, ਇੱਧਰ ਨੂੰ ਆਪਾਂ ਇਹਨੂੰ ਹੋਰ ਪੁਸ਼ ਕਰ ਰਹੇ ਹਾਂ। ਥਰਡ ਕੀ ਹੈ, ਫੋਰਸ ਅਪਲਾਈਡ ਔਨ ਦਾ ਆਬਜੈਕਟ ਇਜ਼ ਇਨ 90 ਡਿਗਰੀ, ਨੋ 90 ਤੇ ਵੀ ਆਪਾਂ ਨਹੀਂ ਲਗਾ ਰਹੇ, ਫੋਰਸ 180 ਤੇ ਵੀ ਨਹੀਂ ਲਗਾ ਰਹੇ, ਠੀਕ ਹੈ। ਤਾਂ ਇਹਦਾ ਆਨਸਰ ਕੀ ਆਊਗਾ, ਆਪਾਂ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਹੀ ਆਪਣਾ ਜਿਹੜਾ ਬਲ ਹੈ ਉਹ ਲਗਾ ਰਹੇ ਹਾਂ। ਫੋਰਸ ਅਪਲਾਈਡ ਔਨ ਦਾ ਆਬਜੈਕਟ ਇਜ਼ ਇਨ ਦਾ ਸੇਮ ਡਾਇਰੈਕਸ਼ਨ ਆਫ ਮੋਸ਼ਨ। ਨੈਕਸਟ ਕੁਐਸਚਨ ਦੇਖੋ, ਅਗਲਾ ਕੁਐਸਚਨ ਹੈ ਦੇਖੋ, ਦ ਟੀਚਰ ਟੋਲਡ ਸਟੂਡੈਂਟਸ ਦੈਟ ਆਬਜੈਕਟਸ ਮੂਵਿੰਗ ਇਨ ਲਿਕੁਇਡ ਆਰ ਗਿਵਨ ਏ ਸਪੈਸ਼ਲ ਸ਼ੇਪ, ਕਹਿੰਦੇ ਜਿਹੜੀਆਂ ਚੀਜ਼ਾਂ ਪਾਣੀ 'ਚ ਤੈਰਦੀਆਂ ਨੇ ਉਹਨਾਂ ਦੀ ਜਿਹੜੀ ਸ਼ਕਲ ਹੈ ਉਹ ਵਿਸ਼ੇਸ਼ ਕਿਸਮ ਦੀ ਬਣਾਈ ਜਾਂਦੀ ਹੈ। So due to its special shape they can move easily in water, in liquids due to special shapes of objects, ਤਾਂ ਕਹਿੰਦੇ ਇਸ ਸਪੈਸ਼ਲ ਸ਼ੇਪ ਦੇ ਨਾਲ ਤਰਲ ਜਿਹੜੀ ਵਿੱਚ ਵਸਤੂਆਂ ਦੀ ਵਿਸ਼ੇਸ਼ ਆਕਾਰ ਦੇ ਕਾਰਨ ਕੀ ਹੋਣ ਲੱਗ ਜਾਂਦਾ, ਉਹਨਾਂ ਨੂੰ ਫਾਇਦਾ ਕੀ ਹੁੰਦਾ। ਦੇਅਰ ਇਜ਼ ਏ ਲਾਸ ਆਫ ਐਨਰਜੀ, ਕਹਿੰਦੇ ਊਰਜਾ ਦੀ ਤੁਹਾਡੀ ਹਾਨੀ ਹੋਣ ਲੱਗ ਜਾਂਦੀ ਹੈ। ਦੂਜਾ ਲੈਸ ਫ੍ਰਿਕਸ਼ਨ ਇਜ਼ ਅਪਲਾਈਡ, ਫ੍ਰਿਕਸ਼ਨ ਜਿਹੜੀ ਮਤਲਬ ਰਗੜ ਬਲ ਹੈ ਉਹ ਘੱਟ ਲੱਗਣ ਲੱਗ ਜਾਂਦਾ ਹੈ। ਤੀਜਾ ਮੂਵਮੈਂਟ ਈਜ਼ੀ ਹੋ ਜਾਂਦੀ ਹੈ। ਤਾਂ ਬੇਟਾ ਇਹਦਾ ਆਨਸਰ ਵੀ ਆਊਗਾ ਉਪਰੋਕਤ ਸਾਰੇ। ਦੇਖੋ ਆਪਣੀ ਜਿਹੜੀ ਮੱਛੀ ਹੈ ਉਹਦੀ ਸ਼ੇਪ ਵੀ ਤਕਰੀਬਨ ਇਸ ਤਰ੍ਹਾਂ ਦੀ ਹੁੰਦੀ ਹੈ, ਸਟ੍ਰੀਮ ਲਾਈਨਡ ਸ਼ੇਪ ਕਹਿੰਦੇ ਹੁੰਦੇ ਇਹਨੂੰ। ਜਿਹੜੇ ਆਪਣੀਆਂ ਸਾਰੀਆਂ ਸ਼ਿਪਸ ਨੇ, ਕਿਸ਼ਤੀਆਂ ਨੇ, ਬੋਟ ਨੇ, ਉਹਨਾਂ ਦੀ ਸ਼ੇਪ ਵੀ ਇਸੇ ਤਰ੍ਹਾਂ ਦੀ ਹੁੰਦੀ ਆ। ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਜਿਹੜਾ ਮੂਵਮੈਂਟ ਹੈ ਉਹ ਈਜ਼ੀ ਰਹਿੰਦੀ ਹੈ ਪਾਣੀ ਦੇ ਵਿੱਚ, ਇਹ ਪਾਣੀ ਹੈ ਜਿੱਦਾਂ, ਠੀਕ ਹੈ। ਅਤੇ ਐਨਰਜੀ ਘੱਟ ਲੱਗਦੀ ਹੈ ਕਿਉਂਕਿ ਇਸ ਟਿਪ ਦੇ ਨਾਲ ਇਹ ਆਪਣੇ ਆਪ ਅੱਗੇ ਚਲੀ ਜਾਂਦੀ ਹੈ, ਇਹ ਟਿਪ ਇਹਨੂੰ ਅੱਗੇ ਧਕੇਲ ਦਿੰਦਾ ਅਤੇ ਜਿਹੜੀ ਫ੍ਰਿਕਸ਼ਨ ਹੈ, ਰਗੜ ਹੈ, ਉਹ ਘੱਟ ਜਾਂਦੀ ਹੈ। ਠੀਕ ਹੈ ਬੇਟਾ, ਕੁਐਸਚਨ ਸਮਝ ਆ ਗਿਆ। ਨੈਕਸਟ 'ਤੇ ਚੱਲਦੇ ਹਾਂ। ਹਾਂਜੀ, ਕਹਿੰਦੇ ਸਹਿਜ ਗੋਟ ਅ ਟੋਏ ਇਨ ਦਾ ਫੇਅਰ ਵਿਚ ਵਾਜ਼ ਗੋਲਡਨ ਇਨ ਕਲਰ, ਅਤੇ ਉਹਨੇ ਬੱਚੇ ਨੇ ਖਿਡੌਣਾ ਖਰੀਦਿਆ ਸੋਹਣੇ ਰੰਗਾ ਏ। ਹਿਜ਼ ਮਦਰ ਸੈਡ ਦਿਸ ਵਾਜ਼ ਨਾਟ ਗੋਲਡ, ਕਹਿੰਦੀ ਇਹ ਸੋਨਾ ਨਹੀਂ ਹੈਗਾ, ਓਨਲੀ ਏ ਲੇਅਰ ਆਫ ਗੋਲਡਨ ਕਲਰ ਇਜ਼ ਪੇਟਡ ਔਨ ਇਟ, ਕਹਿੰਦੇ ਸਿਰਫ ਇਹਦੇ 'ਤੇ ਇੱਕ ਸੁਨਹਿਰੇ ਰੰਗ ਦੀ ਪਰਤੀ ਚੜਾਈ ਹੋਈ ਹੈ। ਦਿਸ ਪ੍ਰੋਸੈਸ ਇਜ਼ ਕਾਲਡ, ਇਸ ਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ, ਤਾਂ ਇਸ ਕਿਰਿਆ ਨੂੰ ਬੇਟਾ ਆਪਾਂ ਕਹਿੰਦੇ ਹਾਂ ਇਲੈਕਟ੍ਰੋਪਲੇਟਿੰਗ, ਬਿਜਲੀ ਮੁਲੰਮਾਕਰਨ, ਇਹਨੇ ਕਿਹਾ ਇਲੈਕਟ੍ਰੋਪਲੇਟਿੰਗ। ਠੀਕ ਹੈ ਬੇਟਾ, ਸਹੀ ਆਨਸਰ ਹੈਗਾ ਇਹਦਾ ਫਸਟ। ਅਗਲਾ ਦੇਖੋ, ਰਾਧਾ ਆਸਕਡ ਹਰ ਸਿਸਟਰ ਵਾਈ ਲਾਈਫ ਔਨ ਅਰਥ ਪਲੈਨਟ ਲਾਈਕ ਅਦਰ ਪਲੈਨਟ ਲਾਈਕ ਦਾ ਅਰਥ ਇਜ਼ ਨਾਟ ਪੋਸੀਬਲ, ਉਹਨੇ ਪੁੱਛਿਆ ਕਿ ਧਰਤੀ ਦੇ ਵਾਂਗ ਦੂਜੇ ਹੋਰ ਗ੍ਰਹਿਾਂ 'ਤੇ ਜੀਵਨ ਸੰਭਵ ਕਿਉਂ ਨਹੀਂ ਹੈਗਾ। ਹਰ ਸਿਸਟਰ ਸੈਡ ਇਟ ਇਜ਼ ਪੋਸੀਬਲ ਬਿਕੋਜ਼ ਅਰਥ ਇਜ਼ ਬਲੂ ਪਲੈਨਟ ਐਂਡ ਔਨ ਅਰਥ, ਕਹਿੰਦੇ ਇਹ ਸੰਭਵ ਹੈ ਕਿਉਂਕਿ ਧਰਤੀ ਇੱਕ ਨੀਲਾ ਗ੍ਰਹਿ ਹੈ ਅਤੇ ਧਰਤੀ ਉੱਪਰ ਕੀ ਹੈ। ਹੁਣ ਆਪਾਂ ਆਪਸ਼ਨਾਂ 'ਚੋਂ ਲੱਭਣਾ ਕਿ ਕੀ ਹੈ ਧਰਤੀ ਉੱਪਰ। ਫਸਟ ਦੇਖੋ, ਅਵੇਲੇਬਿਲਿਟੀ ਆਫ ਏਅਰ ਐਂਡ ਵਾਟਰ, ਯੈਸ ਧਰਤੀ 'ਤੇ ਆਪਣੇ ਕੋਲ ਹਵਾ ਅਤੇ ਪਾਣੀ ਹੈਗਾ। ਫੇਵਰੇਬਲ ਟੈਂਪਰੇਚਰ ਹੈ, ਯੈਸ ਟੈਂਪਰੇਚਰ ਹੈ ਜਿਹੜਾ ਤਾਪਮਾਨ ਹੈ ਉਚਿਤ ਹੈ, ਇਸ ਤਾਪਮਾਨ 'ਚ ਫਸਲਾਂ ਉੱਗ ਸਕਦੀਆਂ, ਮਨੁੱਖ, ਪ੍ਰਾਣੀ, ਸਭ ਜਾਨਵਰ ਵਗੈਰਾ ਸਭ ਪਨਪ ਸਕਦੇ ਆ, ਰਹਿ ਸਕਦੇ ਆ, ਜਿਉਂਦੇ। ਠੀਕ ਹੈ ਜੀ। ਓਜ਼ੋਨ ਲੇਅਰ ਬਲੈਂਕੇਟ ਹੈ ਆਪਣੇ, ਤਾਂ ਜਿਹੜਾ ਵਾਯੂਮੰਡਲ ਹੈ ਉਹਦੇ ਵਿੱਚ ਓਜ਼ੋਨ ਦੀ ਲੇਅਰ ਹੈ ਜਿਹੜਾ ਆਪਾਂ ਨੂੰ
सूरज ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾ ਕੇ ਰੱਖਦੀ ਹੈ। ਤਾਂ ਬੇਟਾ ਜੀ ਇਹਦਾ ਆਨਸਰ ਵੀ ਹੋਊਗਾ ਚੌਥਾ ਉਪਰੋਕਤ ਸਾਰੇ। ਅਗਲਾ ਕੁਐਸਚਨ, ਕਸ਼ੀਦਿਤ ਪਾਣੀ ਵਿੱਚ ਕੁਝ ਲੂਣ ਮਿਲਾ ਦਿੱਤਾ ਜਾਵੇ ਤਾਂ ਕਸ਼ੀਦਿਤ ਪਾਣੀ ਡੈਸ਼ ਬਣ ਜਾਵੇਗਾ। ਔਨ ਐਡਿੰਗ ਸਮ ਕਾਮਨ ਸਾਲਟ ਇਨਟੂ ਦਾ ਡਿਸਟਿਲਡ ਵਾਟਰ ਇਟ ਬਿਕਮਸ। ਡਿਸਟਿਲਡ ਕਸ਼ੀਦਿਤ ਪਾਣੀ ਕਿਹੜਾ ਹੁੰਦਾ ਬੇਟਾ? ਜਿਹੜਾ ਸਾਫ਼ ਪਾਣੀ ਹੈ, ਬਿਲਕੁਲ ਸ਼ੁੱਧ ਪਾਣੀ, ਜਿਹਦੇ ਵਿੱਚ ਕੁਝ ਵੀ ਮਿਲਾਵਟ ਨਹੀਂ ਹੈ। ਠੀਕ ਹੈ, ਤਾਂ ਜੇ ਉਹਦੇ ਵਿੱਚੋਂ ਬਿਜਲੀ ਲੰਘਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਨਹੀਂ ਲੰਘੂਗੀ, ਪਰ ਜੇ ਆਪਾਂ ਉਹਦੇ ਵਿੱਚ ਕੁਝ ਨਮਕ ਮਿਲਾ ਦੇਵਾਂਗੇ ਤਾਂ ਉਹ ਬਿਜਲੀ ਦਾ ਇੱਕ ਚੰਗਾ ਸੁਚਾਲਕ ਬਣ ਜਾਵੇਗਾ। ਤਾਂ ਇਹਦਾ ਆਨਸਰ ਕੀ ਆਏਗਾ? ਫਸਟ ਆਨਸਰ, ਵਧੀਆ ਸੁਚਾਲਕ, ਗੁੱਡ ਕੰਡਕਟਰ। नेक्स्ट क्वेश्चन है बेटा, देखो, शाम टुडे रीड इन ए न्यूज़पेपर दैट अकॉर्डिंग टू वैदर फॉरकास्ट इट विल रेन टुडे। तो शाम ने अखबार पढ़िया, मौसम की भविष्यवाणी पढ़ी, उसने लिखा से अज वर्खा होगी। ही सरप्राइज्ड दैट हाउ साइंटिस्ट प्रोडिक्ट द वैदर फॉरकास्ट। कहते किवें विग्यानी भी मौसम की भविष्यवाणी कर देंगे ने। विच ऑफ द गिवन बिलो हैल्प दैम इन प्रोडिक्शन ऑफ वैदर। कहते हेठ लिखिया विचों किहड़ा उन्हां दी हैल्प करदा प्रोडिक्शन करन दे विच? सूरज हैल्प करता है? नो। प्लैनेट हैल्प करते हैं? नो। मून हैल्प करता है? नो। बेटा ये अपने मनुख द्वारा भेजे हुए आर्टिफिशियल सैटेलाइट्स ने ਜਿਹੜੇ अपनी मौसम की भविष्यवाणी करन दे विच हैल्प करते हैं। तो होर आर्टिफिशियल सैटेलाइट्स कादे कादे लिए भेजे हुए ने इंडिया ने? ये तुहाडा होमवर्क है, चैक करियो। ठीक है जी। देखो 17वां क्वेश्चन, सोहन वॉज सिटिंग इन हिज हाउस। अपने घरे बैठा सी सोहन। सडनली देयर वॉज शेकिंग और ट्रैम्बलिंग ऑफ द अर्थ विच लैस्टेड फॉर अ वेरी शॉर्ट टाइम। कहते कुछ ही सकिंटां च धरती कंबन लगी, आले दुआले ਦੀਆਂ वस्तुआं हिलन लगियां। वट वी कॉल दिस डिस्टर्बेंस। कहते असीं इस घटना नूं कहांगे की? तो बेटा इट इज़ अंडरस्टूड, सारिਆਂ ਨੂੰ क्लीयर है कि यह भूचाल सी। ठीक है, कि आप बैठे हैं आराम नाल घरें, अपना बैड पखे सारा कुछ एकदम कंबन लग जाता है, तो यह किहड़ी स्थिति च हुंदा है? भूचाल की स्थिति च, अर्थ क्वेक। हाँ जी, अगला क्वेश्चन, ट्रीज हैल्प टू रिड्यूस पोल्यूशन ऑफ आवर एनवायरनमेंट। मिलियन ऑफ ट्रीज आर प्लांटेड बाय द पीपल इन द मंथ ऑफ जुलाई एवरी ईयर। दिस ओकेजन इज कॉल्ड। कहते आप रुख लगाने तो हर साल जुलाई के महीने में लखां ही जोड़े रुख ने लोगों द्वारा लगा दिते जाते हैं। इस मौके को आप की कहने होंगे बेटा? इस मौके को आप कहने होंगे वन महोत्सव। की कहने? वन महोत्सव। तो बेटा ये भी याद रखियो, ये कदों मनाया जाता है? 1 जुलाई तो 7 जुलाई तक। ठीक है जी, इस एक पूरे हफ्ते में आप ताई तो वन महा उत्सव कहने हैं, पूरा हफ्ता चलता है। ठीक है जी। अगला, राम इज़ वेरी हैप्पी दैट ही हैज़ इलैक्ट्रॉनिक एंड इलैक्ट्रिकल एप्लायंसिस लाइक रैफ्रीजरेटर, एयर कंडीशनर। कहना बड़ा खुश सी राम कि वो कोले बड़ा कुछ है, इलैक्ट्रॉनिक उपकरण बहुत ज़्यादा ने। बट ही डिड नॉट नो दैट दीज डिवाइसिस एमिट पोल्यूशन। कहते उन्होंने ये पता ही नहीं सी भी यही अंतर प्रदूषण छड्डदे ने। विच डिप्लीट्स द ओजोन लेयर, जिहदे नाल साडी ओजोन परत खराब हो रही है। द मेन पोल्यूटेंट रिलीजड बाय दैम। कहते वो किहड़ा इहो जिहा प्रदूषक मेन छड्डदे ने जिहदे नाल अपनी ओजोन लेयर खराब हो रही है? हाँ जी बेटा, तो इहदा आंसर आएगा आंसर नंबर 3 CFC। ये हुंदे ने बेटा क्लोरोफ्लोरोकार्बनस। क्लोरोफ्लोरोकार्बनस। ठीक है जी, ये याद रखना है। अगला क्वेश्चन, कहते एड्स एक रोगी व्यक्ति तो तंदुरुस्त व्यक्ति तक फैल जाता है, किहदे द्वारा? ਆਪਾਂ पता करना है ना सारे ऑप्शनों के विचों कि किहदे द्वारा एड्स फैल जाता है। पहला देखो उन्हें कि है भोजन साझा करन, शेयर कर रहे हैं आप एक दूजे नाल फूड, नो। खून चढ़ाउण ते, हाँ जी। सांझी कंघी वरतन ते, नो। मच्छर कट्टन ते, नो। तो आपां नूं सही आंसर की मिल गया? खून चढ़ाउण ते। भी जदों किसी रोगी व्यक्ति का खून आपां किसी तंदुरुस्त व्यक्ति नूं चढ़ा दिंदे तां उसनूं भी एड्स हो जाता। 21वां क्वेश्चन बेटा, गुरप्रीत फादर इज़ ए फार्मर, ही हैज़ सोन पैडी क्रॉप इन हिज। चावल ਜਿਹੜੇ ਜੀਰੀ ਲਗਾਉਂਦੇ ਆਪਾਂ, ठीक है, ਉਹਦੀ ਗੱਲ ਹੋ ਰਹੀ है। तो कहते पर गुरप्रीत नोज दैट पैडी इज़ ए खरीफ क्रॉप। उन्होंने इन्ना तो पता है कि खरीफ की फसल है। बट ही वॉन्ट्स टू नो ड्यूरिंग विच मंथ्स ऑफ द ईयर खरीफ क्रॉप्स आर कल्टीवेटेड। डू यू नो द आंसर। कहते पर वो ये जानना चाहता सी कि खरीफ की जी फसल है वो किहड़े महीने उगाई जाती है, किहड़े तो किहड़े महीने तक ये जिहड़ा प्रोसैस है खरीफ दी फसलों का चलता है। तो बेटा आपां नूं तां पंजाब वाले आपां नूं तां पता है भी जीरी कदों लगदी है ते कदों कट्टी जाती है, ते किहड़े महीने हुंदे ने? जून तो सितंबर तक। ठीक है बेटा, क्लीयर हो गई गल।
ਅਗਲਾ ਕੁਐਸਚਨ ਦੇਖੋ, ਜੂਨ ਜੁਲਾਈ ਦੇ ਵਿੱਚ ਬੀਜ ਦਿੰਦੇ ਹਾਂ ਆਪਾਂ, ਸਤੰਬਰ ਅਕਤੂਬਰ ਤੱਕ ਫਸਲ ਪੱਕ ਜਾਂਦੀ ਹੈ ਤੇ ਉਹਨੂੰ ਆਪਾਂ ਕੱਟ ਲੈਂਦੇ ਹਾਂ। 22ਵਾਂ ਕੁਐਸਚਨ, ਜਸਲੀਨ ਡਰਾਈਵਸ ਹਰ ਟੋਏ ਕਾਰ ਔਨ ਵੈਟ ਫਲੋਰ। ਜਸਲੀਨ ਨੇ ਆਪਣੀ ਜਿਹੜੀ ਕਾਰ ਹੈ ਉਹ ਪਹਿਲਾਂ ਗਿੱਲੇ ਫਰਸ਼ ਤੇ, ਸੁੱਕੇ ਫਰਸ਼ ਤੇ, ਨਿਊਜ਼ਪੇਪਰ ਤੇ ਟਾਵਲ ਤੇ ਚਲਾਈ। ਦ ਫੋਰਸ ਆਫ ਫ੍ਰਿਕਸ਼ਨ, ਜਿਹੜੀ ਉਹਦੇ ਤੇ ਰਗੜ ਦੀ ਜਿਹੜਾ ਬਲ ਲੱਗਿਆ, ਔਨ ਡਿਫਰੈਂਟ ਸਰਫੇਸਿਸ ਇਨ ਇਨਕਰੀਜ਼ਿੰਗ ਆਰਡਰ ਵਿਲ ਬੀ। ਕਹਿੰਦੇ ਜਿਹੜੇ ਚੀਜ਼ਾਂ ਤੇ ਉਹਨੇ ਸਤਾਵਾਂ ਤੇ ਇਹ ਚੀਜ਼ਾਂ ਚਲਾਈਆਂ ਨੇ, ਆਪਣੀ ਕਾਰ ਚਲਾਈ ਹੈ, ਉਸ ਵਿੱਚ ਰਗੜ ਬਲ ਦੇ ਹਿਸਾਬ ਨਾਲ ਉਹਨੂੰ ਵੱਧਦੇ ਕ੍ਰਮ ਵਿੱਚ ਲਿਖੋ। ਤਾਂ ਇਹਦਾ ਆਨਸਰ ਆਊਗਾ ਬੇਟਾ ਫਸਟ, ਕਿਉਂਕਿ ਜਦੋਂ ਫਰਸ਼ ਗਿੱਲਾ ਸੀ ਉਸ 'ਤੇ ਵਧੀਆ ਤਰੀਕੇ ਨਾਲ ਕਾਰ ਚੱਲੀ ਹੋਊਗੀ, ਉਹਦੀ ਸਪੀਡ ਵਧੀਆ ਰਹੀ ਹੋਊਗੀ। ਫਿਰ ਸੁੱਕੇ ਫਰਸ਼ 'ਤੇ ਥੋੜ੍ਹੀ ਘੱਟ, ਅਖਬਾਰ 'ਤੇ ਥੋੜ੍ਹੀ ਉਸ ਤੋਂ ਘੱਟ ਸਪੀਡ ਗਈ ਹੋਊਗੀ, ਤੌਲੀਏ 'ਤੇ ਉਹ ਥੋੜ੍ਹੀ ਹੋਰ ਸਲੋ ਚੱਲੀ ਹੋਊਗੀ। ਤਾਂ ਇਹ ਆਪਾਂ ਇਨਕਰੀਜ਼ਿੰਗ ਆਰਡਰ ਜਿਹੜਾ ਹੈ ਬਲ ਦਾ, ਰਗੜ ਬਲ ਦਾ ਕੀਤਾ। ਗਿੱਲੇ ਫਰਸ਼ 'ਤੇ ਰਗੜ ਬਲ ਸਭ ਤੋਂ ਘੱਟ ਸੀ, ਸੁੱਕੇ ਫਰਸ਼ 'ਤੇ ਉਸ ਤੋਂ ਵੱਧ, ਅਖਬਾਰ 'ਤੇ ਉਸ ਤੋਂ ਵੱਧ, ਤੌਲੀਏ 'ਤੇ ਸਭ ਤੋਂ ਵੱਧ। ਠੀਕ ਹੈ ਜੀ, ਗੱਲ ਕਲੀਅਰ ਹੋ ਗਈ। ਅਗਲਾ ਕੁਐਸਚਨ, ਦੀਪਕ ਕਿਕ ਦਾ ਬਾਲ ਵਾਈਲ ਪਲੇਇੰਗ ਹਾਕੀ ਇਨ ਦਾ ਪਲੇਗਰਾਊਂਡ, ਵਾਟ ਇਜ਼ ਹੀ ਡੂਇੰਗ। ਦੇਖੋ, ਇੱਕ ਬੱਚਾ ਹੈ ਦੀਪਕ, ਠੀਕ ਹੈ, ਦੀਪਕ ਬੱਚਾ ਹੈ, ਉਹ ਫੁੱਟਬਾਲ ਖੇਡ ਰਿਹਾ ਹੈ, ਤਾਂ ਬਾਲ ਉਹਦੇ ਕੋਲ ਆ ਰਹੀ ਹੈ, ਸੌਰੀ ਉਹ ਹਾਕੀ ਖੇਡ ਰਿਹਾ ਹੈ ਤੇ ਉਹਦੇ ਕੋਲ ਬਾਲ ਆ ਰਹੀ ਹੈ, ਇਹਨੇ ਹਾਕੀ ਪਕੜੀ ਹੋਈ ਹੈ, ਇਹਨੇ ਬਾਲ ਨੂੰ ਮਾਰਨਾ। ਤਾਂ ਉਹ ਕੀ ਕਰ ਰਿਹਾ, ਕਹਿੰਦੇ ਕੀ ਇਹਦੇ ਵਿੱਚ ਉਹ ਆਪਸ਼ਨਾਂ ਦੇ ਵਿੱਚੋਂ ਕਰ ਰਿਹਾ। ਚੇਂਜਿਸ ਦਾ ਸਪੀਡ ਆਫ ਬਾਲ, ਹਾਂਜੀ ਜਿਸ ਹਿਸਾਬ ਨਾਲ ਉਹਦੇ ਕੋਲ ਆ ਰਹੀ ਹੋਊਗੀ ਤਾਂ ਉਹਨੇ ਉਹਨੂੰ ਦੂਸਰੇ ਪਾਸੇ ਧੱਕਤਾ। ਠੀਕ ਹੈ, ਚੇਂਜਿਸ ਦਾ ਡਾਇਰੈਕਸ਼ਨ ਆਫ ਸਪੀਡ, ਹਾਂਜੀ ਡਾਇਰੈਕਸ਼ਨ ਵੀ ਉਹਨੇ ਬਦਲੀ ਹੈ ਕਿਉਂਕਿ ਬਾਲ ਉਹਦੇ ਵੱਲ ਆ ਰਹੀ ਸੀ, ਉਹਨੇ ਦੂਸਰੇ ਪਾਸੇ ਧੱਕਤੀ। ਚੇਂਜਿਸ ਦਾ ਸ਼ੇਪ ਆਫ ਬਾਲ, ਨਹੀਂ ਸ਼ੇਪ ਨਹੀਂ ਬਦਲ ਸਕਦੀ। ਤਾਂ ਇਹਦਾ ਮਤਲਬ ਇਸ ਕੁਐਸਚਨ ਦਾ ਆਨਸਰ ਆਏਗਾ ਬੇਟਾ ਬੋਥ 1 ਐਂਡ 2। ਅਗਲਾ ਕੁਐਸਚਨ, ਮਨਪ੍ਰੀਤ heard from TV that sea divers were specially designed suits for protection because with increasing depth of sea the dash of water also increases। ਕਹਿੰਦੇ ਜਿਹੜੇ ਸਮੁੰਦਰ ਦੇ ਵਿੱਚ ਗੋਤਾ ਲਾਉਣ ਵਾਲੇ ਨੇ ਉਹ ਵਿਸ਼ੇਸ਼ ਕਿਸਮ ਦਾ ਸੂਟ ਪਾਉਂਦੇ ਨੇ ਆਪਣੇ ਬਚਾਅ ਦੇ ਲਈ, ਕਿਉਂਕਿ ਜਿਵੇਂ ਹੀ ਆਪਾਂ ਸਮੁੰਦਰ ਇੱਥੋਂ ਸ਼ੁਰੂ ਹੋ ਰਿਹਾ, ਜਿਵੇਂ ਆਪਾਂ ਸਮੁੰਦਰ ਦੇ ਵਿੱਚ ਡੂੰਘੇ ਜਾਂਦੇ ਜਾਵਾਂਗੇ ਤਾਂ ਕੀ ਵੱਧਦਾ ਜਾਂਦਾ ਹੈ, ਪ੍ਰੈਸ਼ਰ। ਪਾਣੀ ਦਾ ਜਿਹੜਾ ਦਬਾਅ ਹੈ, ਪ੍ਰੈਸ਼ਰ ਹੈ ਵਿਅਕਤੀ ਦੇ ਉੱਪਰ, ਉਹ ਵੱਧਦਾ ਜਾਂਦਾ। ਅਗਲਾ ਕੁਐਸਚਨ ਬੇਟਾ, ਟੀਚਰ wrote with chalk on the blackboard and asked the students that what would happen if there is no friction between the blackboard and the chalk। ਅਧਿਆਪਕ ਲਿਖ ਰਿਹਾ ਬਲੈਕਬੋਰਡ ਤੇ, ਜਿਵੇਂ ਤੁਹਾਡੇ ਟੀਚਰ ਰੋਜ਼ ਲਿਖਦੇ ਨੇ ਹਨਾ, ਤੁਹਾਨੂੰ ਸਮਝਾਉਂਦੇ ਨੇ, ਤਾਂ ਉਹਨੇ ਬੱਚਿਆਂ ਨੂੰ ਪੁੱਛਿਆ ਕਿ ਜੇ ਬਲੈਕਬੋਰਡ ਤੇ ਚੌਕ ਦੇ ਵਿਚਕਾਰ ਰਗੜ ਹੀ ਨਾ ਹੋਵੇ ਫਿਰ ਕੀ ਹੋਊਗਾ। ਫਿਰ ਤਾਂ ਬੇਟਾ ਆਪਾਂ ਲਿਖ ਹੀ ਨਹੀਂ ਸਕਦੇ। ਠੀਕ ਹੈ, ਜਦੋਂ ਉਹਨਾਂ ਦੇ ਵਿੱਚ ਰਗੜ ਵਾਲੀ ਨਹੀਂ, ਫਿਰ ਆਪਾਂ ਬਲੈਕਬੋਰਡ ਤੇ ਚੌਕ ਨਾਲ ਨਹੀਂ ਲਿਖ ਸਕਦੇ। ਠੀਕ ਹੈ ਜੀ, ਅਗਲਾ ਕੁਐਸਚਨ, ਇਨ ਦ ਸਾਇੰਸ ਲੈਬ ਰੋਹਿਤ ਪਰਫਾਰਮਡ ਐਕਸਪੈਰੀਮੈਂਟ ਆਫ ਕੈਮੀਕਲ ਇਫੈਕਟ ਆਫ ਕਰੰਟ। ਉਹਨੇ ਕਰੰਟ ਦੇ ਰਸਾਇਣਿਕ ਪ੍ਰਭਾਵ ਵਾਲਾ ਪ੍ਰਯੋਗ ਕੀਤਾ। In this experiment, when current is passed through the water, bubbles of certain gas emerge near the electrodes। ਤਾਂ ਜਿਵੇਂ ਹੀ ਕਹਿੰਦੇ ਉਹਨੇ ਇਸ ਘੋਲ ਵਿੱਚ ਬਿਜਲੀ ਧਾਰਾ ਨੂੰ ਲੰਘਾਇਆ, ਜਿਹੜਾ ਉਹ ਕੈਮੀਕਲ ਵਾਲਾ ਕਰ ਰਿਹਾ ਸੀ, ਬਿਜਲੀ ਧਾਰਾ ਲੰਘਾਈ ਤਾਂ ਇਲੈਕਟ੍ਰੋਡ ਉੱਤੇ ਗੈਸ ਦੇ ਬੁਲਬੁਲੇ ਬਣੇ। ਤਾਂ ਇਹ ਬੁਲਬੁਲੇ ਕਿਸ ਗੈਸ ਦੇ ਸੀ, ਤਾਂ ਇਹ ਬੁਲਬੁਲੇ ਸੀ ਬੇਟਾ ਆਕਸੀਜਨ ਐਂਡ ਹਾਈਡਰੋਜਨ ਦੇ। ਠੀਕ ਹੈ, ਯਾਦ ਰੱਖਣਾ ਹੈ, ਜਦੋਂ ਵੀ ਆਪਾਂ ਕੈਮੀਕਲ ਇਫੈਕਟਸ ਕਰਦੇ ਹਾਂ ਕਰੰਟ ਦੇ ਤਾਂ ਕਿਹੜੀ ਗੈਸ ਇਵੋਲਵ ਹੁੰਦੀ ਹੈ, ਆਕਸੀਜਨ ਐਂਡ ਹਾਈਡਰੋਜਨ। ਇਹ ਕੁਐਸਚਨ ਦੇਖੋ ਤੁਹਾਨੂੰ ਸਭ ਨੂੰ ਆਉਂਦਾ ਹੋਊਗਾ, ਵਾਟ ਇਜ਼ ਦਾ ਨੇਮ ਆਫ ਦਾ ਪ੍ਰੋਸੈਸ ਯੂਜ਼ ਟੂ ਟ੍ਰਾਂਸਫਰ ਦਾ ਇਲੈਕਟ੍ਰਿਕ ਚਾਰਜ ਟੂ ਦਾ ਗਰਾਊਂਡ। ਕਹਿੰਦੇ ਜਦੋਂ ਕਿਸੇ ਚਾਰਜ ਵਾਲੀ ਵਸਤੂ ਤੋਂ ਚਾਰਜ ਨੂੰ ਧਰਤੀ ਵਿੱਚ ਭੇਜਿਆ ਜਾਂਦਾ ਹੈ ਤਾਂ ਇਸ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਆ, ਇਸ ਨੂੰ ਕਹਿੰਦੇ ਆ ਬੇਟਾ ਆਪਾਂ ਅਰਥਿੰਗ, ਭੂ ਸੰਪਰਕ। ਠੀਕ ਹੈ ਜੀ, ਅਗਲਾ ਕੁਐਸਚਨ, ਤਜਿੰਦਰ ਵਾਂਟਸ ਟੂ ਨੋ ਅਬਾਊਟ ਡਿਫਰੈਂਟ ਸ਼ੇਪਸ ਆਫ ਮੂਨ। ਤਜਿੰਦਰ ਜਿਹੜਾ ਸੀ ਚੰਨ ਦੀਆਂ ਅਲੱਗ-ਅਲੱਗ ਸ਼ਕਲਾਂ ਬਾਰੇ ਜਾਣਨਾ ਚਾਹੁੰਦਾ ਹੈ। ਉਸਦੇ ਅਧਿਆਪਕ ਨੇ ਦੱਸਿਆ ਕਿ ਇਸ ਦਾ ਚੰਨ ਦੀਆਂ ਅਲੱਗ-ਅਲੱਗ ਸ਼ਕਲਾਂ ਨੂੰ ਅਸੀਂ ਕੀ ਕਹਿੰਦੇ ਆ। ਹਿਸ ਟੀਚਰ ਸੈਡ ਥੀਸ ਡਿਫਰੈਂਟ ਸ਼ੇਪਸ ਆਰ ਕਾਲਡ। ਤਾਂ ਬੇਟਾ ਤੁਸੀਂ ਆਪਣੇ ਦਾਦੀ ਨਾਨੀ ਤੋਂ ਵੀ ਇਹ ਜਿਹੀ ਆ ਭਾਸ਼ਾ ਸੁਣੀ ਹੋਊਗੀ, ਆਪਾਂ ਕਹਿੰਦੇ ਨਾ ਚੰਨ ਦੀਆਂ ਕਲਾਵਾਂ। ਠੀਕ ਹੈ, ਆਪਾਂ ਨੂੰ ਵੀ ਪਤਾ ਹੈ ਕਿ ਫੇਜ਼ਿਸ ਆਫ ਮੂਨ ਨੇ, ਕਦੇ ਮੂਨ ਛੋਟਾ ਹੁੰਦਾ ਹੈ, ਕਦੇ ਮੂਨ ਫਿਰ ਹਾਫ ਹੋ ਜਾਂਦਾ, ਫਿਰ ਉਹ ਫੁੱਲ ਮੂਨ ਹੋ ਜਾਂਦਾ, ਪੂਰਨਮਾਸ਼ੀ ਆ ਜਾਂਦੀ ਹੈ, ਕਦੇ ਬਿਲਕੁਲ ਹੀ ਨਹੀਂ ਹੁੰਦਾ। ਠੀਕ ਹੈ, ਤਾਂ ਇਸ ਸਥਿਤੀ ਨੂੰ ਆਪਾਂ ਕੀ ਕਹਿੰਦੇ ਆ ਰਾਜੇ, ਚੰਨ ਦੀਆਂ ਕਲਾਵਾਂ, ਫੇਜ਼ਿਸ ਆਫ ਮੂਨ। ਦੇਖੋ ਲਾਸਟ ਦੋ ਕੁਐਸਚਨ ਰਹਿ ਗਏ ਆਪਣੇ, ਵਿਚ ਕੈਮੀਕਲ ਇਜ਼ ਯੂਜ਼ ਟੂ ਪਿਓਰੀਫਾਈ ਵਾਟਰ। ਕਿਹੜੇ ਰਸਾਇਣ ਦੀ ਵਰਤੋਂ ਕਰਦੇ ਆ ਆਪਾਂ ਪਾਣੀ ਨੂੰ ਸ਼ੁੱਧ ਕਰਨ ਲਈ। ਤਾਂ ਜਦੋਂ ਬੇਟਾ ਪਾਣੀ ਦੇ ਵਿੱਚ ਕੁਝ ਗੰਦਗੀ ਹੈ, ਮਿਕਸਚਰ ਹੋਇਆ ਹੋਇਆ,
ਤਾਂ ਆਪਾਂ ਉਹਨੂੰ ਜੋ ਕਲੀਨ ਕਰਨਾ ਹੈ, ਸਾਫ਼ ਕਰਨਾ ਹੈ, ਤਾਂ ਆਪਾਂ ਕੀ ਵਰਤਦੇ ਹਾਂ? ਕਲੋਰੀਨ। ਕੀ ਵਰਤਦੇ ਹਾਂ ਜੀ? ਕਲੋਰੀਨ। ਅਧਿਆਪਕ ਜਮਾਤ ਵਿੱਚ ਹੈਲੇ ਧੂਮਕੇਤੂ ਬਾਰੇ ਜਾਣਕਾਰੀ ਦੇ ਰਿਹਾ ਸੀ। ਟੀਚਰ ਟੋਲਡ ਅਬਾਊਟ ਦਾ ਹੈਲਿਸ ਕੋਮੈਟ ਇਨ ਦਾ ਕਲਾਸਰੂਮ। ਉਹਨਾਂ ਨੇ ਦੱਸਿਆ ਕਿ ਹੈਲੇ ਧੂਮਕੇਤੂ ਧਰਤੀ ਦੇ ਕੋਲੋਂ ਕਿੰਨੇ ਸਾਲ ਬਾਅਦ ਲੰਘਦਾ? ਹੀ ਸੈਡ ਦੈਟ ਹੈਲਿਸ ਕੋਮੈਟ ਪਾਸਿਸ ਨੀਅਰ ਟੂ ਦਾ ਅਰਥ ਆਫਟਰ। ਹਾਂਜੀ ਬੇਟਾ, ਜਿਹੜਾ ਹੈਲੇ ਧੂਮਕੇਤੂ ਹੈ ਉਹ 76 ਸਾਲ ਬਾਅਦ ਧਰਤੀ ਦੇ ਕੋਲੋਂ ਲੰਘਦਾ। ਠੀਕ ਹੈ ਜੀ, ਇਹ ਸੀਗੇ ਬੇਟਾ ਤੁਹਾਡੇ ਮੈਥ ਪੇਪਰ 6 ਦੇ 30 ਕੁਐਸਚਨਸ। ਧਿਆਨ ਨਾਲ ਬੇਟਾ ਇਹਨਾਂ ਨੂੰ ਯਾਦ ਕਰ ਲੈਣਾ ਅਤੇ ਨੋਟ ਕਰ ਲੈਣਾ। ਠੀਕ ਹੈ ਜੀ, ਬਾਏ ਬੱਚੇ।